ਨਮਸਕਾਰ ਪਿਆਰੇ ਵਿਦਿਆਰਥੀਓ, ਸਵਾਗਤ ਹੈ ਤੁਹਾਡਾ ਅੱਜ ਦੇ ਇਸ ਆਨਲਾਈਨ ਲੈਕਚਰ ਦੇ ਵਿੱਚ। ਮੈਂ ਸੰਜੀਵ ਸ਼ਰਮਾ, ਸਾਇੰਸ ਮਾਸਟਰ, ਸਰਕਾਰੀ ਮਿਡਲ ਸਕੂਲ ਫੰਗਤੌਲੀ, ਜ਼ਿਲ੍ਹਾ ਪਠਾਨਕੋਟ ਤੋਂ। ਵਿਦਿਆਰਥੀਓ, ਜਿਸ ਅਧਿਆਏ ਦੇ ਬਾਰੇ ਅਸੀਂ ਅੱਜ ਗੱਲ ਕਰਾਂਗੇ ਉਹ ਅਧਿਆਏ ਹੈ 2, 8ਵੀਂ ਦੀ ਪਾਠ ਪੁਸਤਕ ਤੋਂ ਲਿਆ ਗਿਆ ਤੇ ਅਧਿਆਏ ਦਾ ਨਾਂ ਹੈ ਸੂਖਮ ਜੀਵ, ਮਿੱਤਰ ਅਤੇ ਦੁਸ਼ਮਣ। ਵਿਦਿਆਰਥੀਓ, ਅਸੀਂ ਪਹਿਲਾਂ ਵੀ ਬਹੁਤ ਕੁਝ ਸਿੱਖਿਆ ਹੈ ਸੂਖਮ ਜੀਵਾਂ ਦੇ ਬਾਰੇ, ਉਹਦੀ ਪਰਿਭਾਸ਼ਾ ਬਾਰੇ, ਉਹਨਾਂ ਦੀ ਰਿਹਾਇਸ਼ ਬਾਰੇ, ਤੇ ਇਸ ਵੀਡੀਓ ਦੇ ਵਿੱਚ ਵੀ ਅਸੀਂ ਹੁਣ ਸਿੱਖਾਂਗੇ ਥੋੜ੍ਹੇ ਜਿਹੇ ਵਿਗਿਆਨੀਆਂ ਦੇ ਬਾਰੇ ਜਿਨ੍ਹਾਂ ਨੇ ਆਪਣਾ ਸੂਖਮ ਜੀਵਾਂ ਦੇ ਅਧਿਐਨ ਦੇ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਪਾਇਆ, ਜਿਨ੍ਹਾਂ ਦੇ ਸਦਕਾ ਹੀ ਅਸੀਂ ਅੱਜ ਸਵਸਥ ਅਤੇ ਖੁਸ਼ਹਾਲ ਜੀਵਨ ਜੀ ਰਹੇ ਹਾਂ। ਵਿਦਿਆਰਥੀਓ, ਇਸੇ ਵੀਡੀਓ ਦੇ ਵਿੱਚ ਬਾਅਦ ਦੇ ਵਿੱਚ ਮੇਰੇ ਨਾਲ ਜੁੜਨਗੇ ਮੇਰੇ ਸਹਿਯੋਗੀ ਸਾਥੀ ਤੇ ਵਿਗਿਆਨ ਅਧਿਆਪਕ ਸ਼੍ਰੀ ਰਾਜਨ ਕੁਮਾਰ ਜੀ। ਉਹ ਵੀ ਤੁਹਾਡੇ ਨਾਲ ਸੂਖਮ ਜੀਵਾਂ ਦੇ ਬਾਰੇ ਹੀ ਮਹੱਤਵਪੂਰਨ ਗੱਲਬਾਤ ਕਰਨਗੇ। ਤਾਂ ਚਲੋ ਵਿਦਿਆਰਥੀਓ, ਸ਼ੁਰੂ ਕਰਦੇ ਹਾਂ। ਵਿਦਿਆਰਥੀਓ, ਪੂਰਵ ਗਿਆਨ ਪ੍ਰੀਖਿਆ ਦੇ ਵਿੱਚ ਚਲੋ ਅਸੀਂ ਦੇਖੀਏ ਕਿ ਅਸੀਂ ਹੁਣ ਤੱਕ ਕੀ ਸਿੱਖਿਆ ਹੈ। ਅਸੀਂ ਸਿੱਖਿਆ ਸੂਖਮ ਜੀਵਾਂ ਦੀ ਪਰਿਭਾਸ਼ਾ ਬਾਰੇ, ਅਸੀਂ ਸਿੱਖਿਆ ਉਹਨਾਂ ਦੀ ਰਿਹਾਇਸ਼ ਬਾਰੇ ਕਿ ਉਹ ਬਰਫੀਲੇ ਪਾਣੀ ਦੇ ਵਿੱਚ ਵੀ ਰਹਿ ਸਕਦੇ ਹਨ ਤੇ ਗਰਮ ਮਾਰੂਥਲ ਦੇ ਵਿੱਚ ਵੀ। ਅਸੀਂ ਸਿੱਖਿਆ ਫਿਰ ਸੂਖਮ ਜੀਵਾਂ ਦੇ ਲਾਭਾਂ ਬਾਰੇ ਕਿ ਕਿਵੇਂ ਉਹ ਸਾਡੀਆਂ ਦਵਾਈਆਂ ਬਣਾਉਣ ਦੇ ਵਿੱਚ ਮਦਦ ਕਰਦੇ ਹਨ, ਕਿਵੇਂ ਛੋਟੇ ਬੱਚਿਆਂ ਨੂੰ ਟੀਕੇ ਤੋਂ ਬਚਾਉਂਦੇ ਨਹੀਂ ਸਗੋਂ ਉਹਨਾਂ ਨੂੰ ਰੋਗਾਂ ਤੋਂ ਬਚਾਉਣ ਦੇ ਲਈ ਟੀਕੇ ਤਿਆਰ ਕਰਦੇ ਹਨ। ਫਿਰ ਅਸੀਂ ਇਹ ਵੀ ਸਿੱਖਿਆ ਕਿ ਕਿਵੇਂ ਸੂਖਮ ਜੀਵ ਸਾਡੇ ਵਾਤਾਵਰਣ ਨੂੰ ਸਾਡੇ ਰਹਿਣ ਯੋਗ ਬਣਾਉਂਦੇ ਹਨ, ਬਦਬੂ ਰਹਿਤ ਬਣਾਉਂਦੇ ਹਨ। ਸੋ ਅਸੀਂ ਬਹੁਤ ਕੁਝ ਸਿੱਖਿਆ ਔਰ ਉਸੇ ਲੈਕਚਰ ਨੂੰ ਹੁਣ ਅਸੀਂ ਅੱਗੇ ਵਧਾਵਾਂਗੇ। ਹੁਣ ਜੋ ਅਗਲੇ ਵੀਡੀਓ ਜਾਂ ਕੁਝ ਕੰਟੈਂਟ ਤੁਸੀਂ ਆਪਣੀ ਅਗਲੀ ਸਕਰੀਨ ਦੇ ਉੱਤੇ ਦੇਖੋਗੇ ਉਹ ਸੰਬੰਧਿਤ ਹਨ ਕੁਝ ਵਿਗਿਆਨੀਆਂ ਦੇ ਨਾਲ। ਇਹ ਬਹੁਤ ਹੀ ਮਹਾਨ ਵਿਗਿਆਨੀ ਹਨ ਜਿਨ੍ਹਾਂ ਦੀ ਚਿਕਿਤਸਾ ਜਗਤ ਨੂੰ ਬਹੁਤ ਵੱਡੀ ਦੇਣ ਹੈ। ਉਹਨਾਂ ਦੇ ਸਦਕਾ ਹੀ ਅਸੀਂ ਸਵਸਥ ਹਾਂ ਤੇ ਆਪਣਾ ਇੱਕ ਸਫਲ ਜੀਵਨ ਵੀ ਜੀ ਰਹੇ ਹਾਂ। ਸਾਡਾ ਸਾਰਾ ਸੰਸਾਰ ਉਹਨਾਂ ਵਿਗਿਆਨਿਕਾਂ ਦਾ ਰਿਣੀ ਹੈ। ਤੇ ਚਲੋ ਆਓ ਵੇਖੀਏ ਇਹ ਵੀਡੀਓ ਇਹਨਾਂ ਵਿਗਿਆਨੀਆਂ ਦੇ ਬਾਰੇ। ਵਿਦਿਆਰਥੀਓ, ਸਨ 1857 ਯਾਦ ਹੈ ਤੁਹਾਨੂੰ? ਭਾਰਤ ਦੇ ਇਤਿਹਾਸ ਦੇ ਵਿੱਚ ਇੱਕ ਮਹੱਤਵਪੂਰਨ ਸਥਾਨ ਹੈ ਇਸ ਦਾ। ਪਰ ਤੁਸੀਂ ਤਾਂ ਹੈਰਾਨ ਹੋ ਗਏ ਹੋਣੇ ਕਿ ਮਾਸਟਰ ਜੀ ਵਿਗਿਆਨ ਪੜ੍ਹਾਉਂਦੇ ਇਹ ਇਤਿਹਾਸ ਦੇ ਵਿੱਚ ਕਿੱਥੇ ਚਲੇ ਗਏ। ਸੂਖਮ ਜੀਵਾਂ ਦੇ ਇਤਿਹਾਸ ਦੇ ਵਿੱਚ ਵੀ ਸਨ 1857 ਦਾ ਇੱਕ ਆਪਣਾ ਹੀ ਸਥਾਨ ਹੈ। ਬਹੁਤ ਹੀ ਮਹਾਨ ਵਿਗਿਆਨਿਕ ਸਨ ਲੂਇਸ ਪਾਸਚਰ। ਉਹਨਾਂ ਨੇ ਖੋਜ ਕੀਤੀ ਖਮੀਰਨ ਦੀ। ਖਮੀਰਨ ਨੇ ਤੁਹਾਡੇ ਜਨਮ ਦਿਨ ਨੂੰ ਵੀ ਰੰਗ ਬਿਰੰਗਾ ਬਣਾ ਦਿੱਤਾ ਕੇਕ ਦੇ ਨਾਲ। ਭਟੂਰੇ ਵੀ ਖਾਦੇ ਤੁਸੀਂ। ਪਰ ਇਸ ਦੇ ਨਾਲ ਨਾਲ ਇਸਨੇ ਵਪਾਰਕ ਪੱਧਰ ਤੇ ਅਲਕੋਹਲ ਵੀ ਕਿਵੇਂ ਤਿਆਰ ਕੀਤੀ ਜਾਂਦੀ ਹੈ ਇਹ ਵੀ ਦੱਸਿਆ। ਐਸੀਟਿਕ ਐਸਿਡ ਕਿਵੇਂ ਬਣਾਇਆ ਜਾਂਦਾ ਹੈ ਇਹ ਵੀ ਦੱਸਿਆ। ਸੋ ਖਮੀਰਨ ਦੀ ਖੋਜ ਪਿਆਰੇ ਵਿਦਿਆਰਥੀਓ ਕਿਹਨਾਂ ਨੇ ਕੀਤੀ? ਲੂਇਸ ਪਾਸਚਰ ਨੇ ਸਨ 1857 ਦੇ ਵਿੱਚ। ਵਿਦਿਆਰਥੀਓ, ਚਿਕਿਤਸਾ ਜਗਤ ਦੇ ਵਿੱਚ ਯੋਗਦਾਨ ਲਈ ਅਲੈਗਜ਼ੈਂਡਰ ਫਲੇਮਿੰਗ ਦਾ ਆਪਣਾ ਹੀ ਸਥਾਨ ਹੈ। ਉਹ ਬਹੁਤ ਹੀ ਮਹਾਨ ਵਿਗਿਆਨਿਕ ਹੋਏ। ਇੱਕ ਵਾਰ ਉਹ ਜੀਵਾਣੂਆਂ ਦੇ ਕਲਚਰ ਤਿਆਰ ਕਰ ਰਹੇ ਸਨ। ਕਲਚਰ ਤਿਆਰ ਕਰਕੇ ਉਹ ਆਪਣੀ ਲੈਬੋਰੇਟਰੀ ਦੇ ਵਿੱਚ ਰੱਖ ਕੇ ਚਲੇ ਗਏ। ਅਗਲੇ ਦਿਨ ਜਦੋਂ ਵਾਪਸ ਆਏ ਤਾਂ ਉਹਨਾਂ ਨੇ ਵੇਖਿਆ ਕਿ ਕਲਚਰ ਪਲੇਟ ਦੇ ਵਿੱਚ ਕੁਝ ਹਰੇ ਰੰਗ ਦੀਆਂ ਉੱਲੀਆਂ ਹਨ ਜੋ ਕਿ ਜੀਵਾਣੂਆਂ ਦੇ ਵਾਧੇ ਨੂੰ ਰੋਕ ਰਹੀਆਂ ਹਨ। ਕੁਝ ਉੱਲੀਆਂ ਦੇ ਜੀਵਾਣੂ ਦੂਸਰੇ ਜੀਵਾਣੂਆਂ ਦੇ ਵਾਧੇ ਨੂੰ ਜਾਂ ਤਾਂ ਰੋਕ ਰਹੇ ਸਨ ਜਾਂ ਬਿਲਕੁਲ ਹੀ ਉਹਨਾਂ ਨੂੰ ਮਾਰ ਰਹੇ ਸਨ। ਇਸ ਨੇ ਉਹਨਾਂ ਨੂੰ ਇੱਕ ਨਵਾਂ ਆਈਡੀਆ ਦੇ ਦਿੱਤਾ ਤੇ ਉਹਨਾਂ ਨੇ ਖੋਜ ਕਰ ਦਿੱਤੀ ਪੈਨਸਿਲਿਨ ਦੀ। ਪੈਨਸਿਲਿਨ ਆਪਣੇ ਆਪ 'ਚ ਹੀ ਇੱਕ ਬਹੁਤ ਹੀ ਮਹੱਤਵਪੂਰਨ ਅਵਿਸ਼ਕਾਰ ਸੀ ਜਿਸ ਨੇ ਪਤਾ ਨਹੀਂ ਕਿੰਨੀਆਂ ਹੀ ਜਾਨਾਂ ਬਚਾ ਲਈਆਂ। ਸੋ ਪੈਨਸਿਲਿਨ ਦੀ ਖੋਜ ਦਾ ਸਿਹਰਾ ਜਾਂਦਾ ਹੈ
ਅਲੈਗਜ਼ੈਂਡਰ ਫਲੇਮਿੰਗ ਨੂੰ ਸਨ 1929 ਦੇ ਵਿੱਚ। ਵਿਦਿਆਰਥੀਓ, ਚੇਚਕ ਇੱਕ ਬਹੁਤ ਹੀ ਨਾਮੁਰਾਦ ਬਿਮਾਰੀ ਸੀ। ਮੂੰਹ ਦੇ ਉੱਤੇ ਧੱਬੇ ਜਿਹੇ ਹੋ ਜਾਣੇ, ਦਾਗ ਹੋ ਜਾਣੇ, ਤੇ ਕਈ ਵਾਰ ਇਸ ਬਿਮਾਰੀ ਨਾਲ ਕਈਆਂ ਦੀ ਮੌਤ ਵੀ ਹੋ ਜਾਣੀ। ਅੱਜ ਵਿਸ਼ਵ ਤੋਂ ਲਗਭਗ ਚੇਚਕ ਦਾ ਨਾਮੋ ਨਿਸ਼ਾਨ ਹੀ ਖਤਮ ਹੋ ਗਿਆ ਹੈ। ਸਨ 1798 ਦੇ ਵਿੱਚ ਚੇਚਕ ਦੇ ਟੀਕੇ ਦੀ ਖੋਜ ਕੀਤੀ ਮਹਾਨ ਵਿਗਿਆਨਿਕ ਐਡਵਰਡ ਜੀਨਰ ਨੇ। ਚੇਚਕ ਦੇ ਟੀਕੇ ਦੀ ਖੋਜ ਕਿਹਨੇ ਕੀਤੀ? ਐਡਵਰਡ ਜੇਨਰ ਨੇ। ਵਿਦਿਆਰਥੀਓ, ਇਹ ਤਾਂ ਗੱਲ ਹੋਈ ਕੁਝ ਮਹਾਨ ਵਿਗਿਆਨਿਕਾਂ ਦੇ ਬਾਰੇ ਜਿਨ੍ਹਾਂ ਨੇ ਸੂਖਮ ਜੀਵ ਜਗਤ ਨੂੰ ਬਦਲ ਕੇ ਹੀ ਰੱਖ ਦਿੱਤਾ ਤੇ ਸਾਨੂੰ ਇੱਕ ਸਵਸਥ ਜੀਵਨ ਜੀਣ ਦਾ ਮੌਕਾ ਦਿੱਤਾ। ਹੁਣ ਇਸ ਲੈਕਚਰ ਦੇ ਵਿੱਚ ਮੇਰੇ ਨਾਲ ਜੁੜ ਰਹੇ ਹਨ ਸ਼੍ਰੀ ਰਾਜਨ ਕੁਮਾਰ ਜੀ, ਮੇਰੇ ਸਹਿਯੋਗੀ ਸਾਇੰਸ ਮਾਸਟਰ, ਸਰਕਾਰੀ ਹਾਈ ਸਕੂਲ ਸੈਲੀ ਕੁਲੀਆਂ, ਜ਼ਿਲ੍ਹਾ ਪਠਾਨਕੋਟ ਤੋਂ। ਵਿਦਿਆਰਥੀਓ, ਅਸੀਂ ਜਾਣਦੇ ਹਾਂ ਕਿ ਸੂਖਮ ਜੀਵ ਭੂਮੀ ਦੀ ਉਪਜਾਊ ਸ਼ਕਤੀ ਵਧਾਉਣ ਦੇ ਵਿੱਚ ਵੀ ਕੰਮ ਆਉਂਦੇ ਹਨ। ਰਾਜਨ ਕੁਮਾਰ ਜੀ ਦਾ ਲੈਕਚਰ ਇਸ ਨਾਲ ਹੀ ਜੁੜਿਆ ਹੋਇਆ ਹੈ। ਨਾਈਟ੍ਰੋਜਨ ਸਥਿਰੀਕਰਨ ਜਾਂ ਨਾਈਟ੍ਰੋਜਨ ਫਿਕਸੇਸ਼ਨ ਦੇ ਨਾਲ ਅਤੇ ਨਾਈਟ੍ਰੋਜਨ ਚੱਕਰ ਜਾਂ ਨਾਈਟ੍ਰੋਜਨ ਸਾਈਕਲ ਦੇ ਬਾਰੇ। ਤਾਂ ਚਲੋ ਆਓ ਸੁਣਦੇ ਹਾਂ ਸ਼੍ਰੀ ਰਾਜਨ ਕੁਮਾਰ ਜੀ। ਵਿਦਿਆਰਥੀਓ, ਤੁਸੀਂ ਪਾਠ ਨੰਬਰ 2 ਪੜ੍ਹ ਰਹੇ ਹੋ, ਜੋ ਹੈ ਸੂਖਮ ਜੀਵ, ਮਿੱਤਰ ਅਤੇ ਦੁਸ਼ਮਣ। ਇਸ ਪਾਠ ਵਿੱਚ ਅਸੀਂ ਪਹਿਲਾਂ ਹੀ ਸੂਖਮ ਜੀਵਾਂ ਦੇ ਵੱਖ-ਵੱਖ ਵਰਗਾਂ ਬਾਰੇ, ਫਿਰ ਉਸ ਤੋਂ ਬਾਅਦ ਉਹਨਾਂ ਦੁਆਰਾ ਸੂਖਮ ਜੀਵਾਂ ਦੁਆਰਾ ਹੋਣ ਵਾਲੇ ਲਾਭਾਂ ਬਾਰੇ, ਜਿਸ ਦੇ ਵਿੱਚ ਜਿਵੇਂ ਆਪਾਂ ਪੜ੍ਹਿਆ ਕਿ ਸੂਖਮ ਜੀਵ ਡਬਲ ਰੋਟੀ ਬ੍ਰੈਡ ਬਣਾਉਣ ਦੇ ਵਿੱਚ ਕੰਮ ਆਉਂਦੇ ਹਨ। ਸੂਖਮ ਜੀਵ ਜਿਹੜੇ ਹੈ ਉਹਨਾਂ ਦੀਆਂ ਹਾਨੀਆਂ ਵੀ ਹਨ, ਜਿਵੇਂ ਪੌਦਿਆਂ ਵਿੱਚ, ਜੰਤੂਆਂ ਵਿੱਚ, ਮਨੁੱਖਾਂ ਵਿੱਚ ਕੁਝ ਰੋਗਾਂ ਲਈ ਉਹ ਜ਼ਿੰਮੇਵਾਰ ਹੁੰਦੇ ਹਨ। ਇਵੇਂ ਹੀ ਭੋਜਨ ਦੇ ਸੁਰੱਖਿਆ ਬਾਰੇ ਤੁਸੀਂ ਇਸ ਪਾਠ ਵਿੱਚ ਪੜ੍ਹਿਆ ਅਤੇ ਨਾਲ ਦੇ ਨਾਲ ਇਹ ਵੀ ਪੜ੍ਹਿਆ ਕਿ ਭੂਮੀ ਦੀ ਉਪਜਾਊ ਸ਼ਕਤੀ ਵਧਾਉਣ ਦੇ ਵਿੱਚ ਸੂਖਮ ਜੀਵ ਕਿਸ ਤਰ੍ਹਾਂ ਉਪਯੋਗ ਵਿੱਚ ਆਉਂਦੇ ਹਨ। ਭੂਮੀ ਦੀ ਉਪਜਾਊ ਸ਼ਕਤੀ ਵਧਾਉਣ ਵਿੱਚ ਸੂਖਮ ਜੀਵਾਂ ਦੇ ਉਪਯੋਗ ਨੂੰ ਦਰਸਾਉਂਦਾ ਹੋਇਆ ਮੇਰਾ ਅਗਲਾ ਟੌਪਿਕ ਹੈ ਨਾਈਟ੍ਰੋਜਨ ਸਥਿਰੀਕਰਨ। ਵਿਦਿਆਰਥੀਓ, ਨਾਈਟ੍ਰੋਜਨ ਫਿਕਸੇਸ਼ਨ ਵੀ ਆਖਦੇ ਹਾਂ। ਨਾਈਟ੍ਰੋਜਨ ਸਥਿਰੀਕਰਨ, ਨਾਈਟ੍ਰੋਜਨ ਫਿਕਸੇਸ਼ਨ। ਹੁਣ ਵਿਦਿਆਰਥੀਓ, ਤੁਸੀਂ 9ਵੀਂ 7ਵੀਂ ਜਮਾਤ ਦੇ ਵਿੱਚ ਪੜ੍ਹ ਚੁੱਕੇ ਹੋ ਰਾਈਜ਼ੋਬੀਅਮ ਬਾਰੇ। ਰਾਈਜ਼ੋਬੀਅਮ ਕੀ ਹੈ? ਇੱਕ ਜੀਵਾਣੂ ਹੈ। ਇਸ ਜੀਵਾਣੂ ਬਾਰੇ ਅਸੀਂ 7ਵੀਂ ਜਮਾਤ ਵਿੱਚ ਪਹਿਲਾਂ ਹੀ ਪੜ੍ਹ ਚੁੱਕੇ ਹਾਂ। ਕਿਹੜੀ ਜਮਾਤ ਚ ਪੜ੍ਹਿਆ ਵਿਦਿਆਰਥੀਓ? 7ਵੀਂ ਜਮਾਤ ਵਿੱਚ। ਕਿਹੜੇ ਵਿਦਿਆਰਥੀ ਨੂੰ ਪਤਾ ਹੈ? ਨਹੀਂ ਪਤਾ? ਤਾਂ ਫਿਰ ਵਿਦਿਆਰਥੀਓ, ਮੈਂ ਤੁਹਾਨੂੰ ਚੰਗੀ ਤਰ੍ਹਾਂ ਦੱਸਦਾ ਹਾਂ ਇਹ ਰਾਈਜ਼ੋਬੀਅਮ ਕੀ ਹੈ ਔਰ ਇਹ ਕੀ ਕੰਮ ਕਰਦਾ ਹੈ। ਰਾਈਜ਼ੋਬੀਅਮ ਜਿਹੜਾ ਹੈ ਇਹ ਫਲੀਦਾਰ ਪੌਦਿਆਂ ਦੀ, ਕਿਹੜੇ ਪੌਦੇ? ਫਲੀਦਾਰ ਪੌਦਿਆਂ ਦੀਆਂ ਜੜ੍ਹਾਂ, ਪੌਦਿਆਂ ਦੀਆਂ ਜੜ ਗੰਢਾਂ ਕਿੱਥੇ ਮੌਜੂਦ ਹੁੰਦੇ ਹਨ? ਜੜ ਗੰਢਾਂ ਵਿੱਚ ਮੌਜੂਦ ਹੁੰਦੇ ਹਨ। ਠੀਕ ਹੈ? ਰਾਈਜ਼ੋਬੀਅਮ ਫਲੀਦਾਰ ਪੌਦਿਆਂ ਦੀਆਂ ਜੜ ਗੰਢਾਂ ਵਿੱਚ ਮੌਜੂਦ ਹੁੰਦੇ ਹਨ। ਹੁਣ ਫਲੀਦਾਰ ਪੌਦੇ ਕਿਹੜੇ ਹਨ? ਜਿਵੇਂ ਬੇਟੇ ਫਲੀਆਂ ਛਿੜਦੇ ਹੋ ਮਟਰ ਦੀਆਂ, ਸੋਇਆਬੀਨ ਹੁੰਦੀ ਹੈ, ਸੋਇਆਬੀਨ ਦੀ ਦਾਲ ਖਾਤੀ ਹੈ ਨਾ, ਉਹ ਵੀ ਫਲੀਆਂ ਵਿੱਚ ਮੌਜੂਦ ਹੁੰਦੀ ਹੈ। ਵੈਸੇ ਤਾਂ ਹੋਰ ਵੀ ਮਾਂ ਦੀ ਦਾਲ ਹੁੰਦੀ ਹੈ, ਇਹ ਵੀ ਫਲੀਦਾਰ ਪੌਦੇ ਹੈ। ਫਲੀਦਾਰ ਪੌਦਿਆਂ ਦੀਆਂ ਜੜ੍ਹਾਂ ਗੰਢਾਂ ਵਿੱਚ ਕੌਣ ਰਹਿੰਦਾ ਹੈ? और राइजोबियम का काम की है? एक वायुमंडली नाइट्रोजन, वायुमंडली नाइट्रोजन ਨੂੰ ਕੀ ਕਰਦਾ ਹੈ?
स्थिर करता है वायुमंडलीय नाइट्रोजन ਨੂੰ स्थिर करता है स्थिर करके स्थिर क्यों करता है ताकि पौधे उसको वर्त सकन कि क्यों स्थिर करता है क्योंकि पौधे उसनु वर्त सकन किसनु वर्त सकन वायुमंडलीय नाइट्रोजन ਨੂੰ वर्त सकन ਇਹ ਰਾਈਜ਼ੋਬੀਅਮ ਦਾ ਕੰਮ ਹੈ ਰਾਈਜ਼ੋਬੀਅਮ ਜੜ ਗੰਢਾਂ ਵਿੱਚ ਸਹਿਜੀਵੀ ਸੰਬੰਧ ਵਿੱਚ ਹੁੰਦਾ ਹੈ ਜੜ ਗੰਢਾਂ ਦੇ ਵਿੱਚ ਇਸ ਦਾ ਪੌਦੇ ਨਾਲ ਜਾਂ ਪੌਦੇ ਦੀਆਂ ਜੜ੍ਹਾਂ ਨਾਲ ਸਹਿਜੀਵੀ ਸੰਬੰਧ ਹੁੰਦਾ ਹੈ ਹੁਣ ਵਿਦਿਆਰਥੀਓ ਗੱਲ ਇਹ ਆਉਂਦੀ ਹੈ ਕਿ ਸਹਿਜੀਵੀ ਸੰਬੰਧ ਕੀ ਹੈ ਹਾਂ ਸਹਿਜੀਵੀ ਸੰਬੰਧ ਤੁਹਾਡਾ ਸਹਿਪਾਠੀ ਹੈ ਨਾਲ ਪੜਨ ਵਾਲਾ ਠੀਕ ਹੈ ਇਸੇ ਤਰ੍ਹਾਂ ਹੀ ਸਹਿਜੀਵੀ ਹੈ ਨਾਲ ਜੀਣ ਵਾਲਾ ਉਹ ਕਿਵੇਂ ਰਾਈਜ਼ੋਬੀਅਮ ਕਿੱਥੇ ਰਹਿੰਦਾ ਹੈ ਮੈਂ ਹੁਣੇ ਦੱਸਿਆ ਪੌਦੇ ਦੀਆਂ ਗੰਢਾਂ ਵਿੱਚ ਜੜ ਗੰਢਾਂ ਵਿੱਚ ਹੁਣ ਪੌਦਾ ਇਸ ਨੂੰ ਕੀ ਦਿੰਦਾ ਹੈ ਰਹਿਣ ਵਾਸਤੇ ਜਗ੍ਹਾ ਦਿੰਦਾ ਹੈ ਤੁਸੀਂ ਦੇਖਿਓ ਹੋਣਗੀਆਂ ਕਦੀ ਗੰਢਾਂ ਪੌਦਿਆਂ ਦੀਆਂ ਪੌਦੇ ਦੀਆਂ ਜੜ੍ਹਾਂ ਵਿੱਚ ਜਿਹੜੀਆਂ ਗੰਢਾਂ ਬਣ ਜਾਂਦੀਆਂ ਹਨ ਉੱਥੇ ਜਾ ਕੇ ਰਾਈਜ਼ੋਬੀਅਮ ਰਹਿੰਦਾ ਹੈ ਰਾਈਜ਼ੋਬੀਅਮ ਨੂੰ ਰੱਖ ਕੇ ਪੌਦੇ ਨੂੰ ਕੀ ਫਾਇਦਾ ਉਸਦੇ ਬਦਲੇ ਰਾਈਜ਼ੋਬੀਅਮ ਕੀ ਕਰਦਾ ਹੈ ਇਸ ਪੌਦੇ ਦੀ ਜੜ ਨੂੰ ਨਾਈਟ੍ਰੋਜਨ ਸਥਿਰ ਕਰਕੇ ਦਿੰਦਾ ਹੈ पौधे की जड़ को नाइट्रोजन स्थिर करके दिता है तो इस करके इन्हां दा आपसी संबंध सहजीवी संबंध का होता है फलीदार पौधे दी जड़ां विच जड़ गंढां विच राइजोबियम जो वायुमंडलीय नाइट्रोजन को स्थिर करके पौधों द्वारा वरती जाने वाली नाइट्रोजन विच बदल दिंदा है इस प्रक्रिया में अपना आखते हैं नाइट्रोजन स्थिरीकरण ठीक है नाइट्रोजन स्थिरीकरण की है नाइट्रोजन स्थिरीकरण वायुमंडल में नाइट्रोजन पौधे द्वारा वरती जाने वाली बनाता है कौन राइजोबियम जा नीली हरी इकाई जा और भी कुछ बैक्टीरिया जिमें साइनोबैक्टीरिया एजोटोबैक्टीरिया ਉਹ ਵੀ ਇਸ ਤਰ੍ਹਾਂ ਦੇ ਜੀਵਾਣੂ ਨੂੰ ਬੈਕਟੀਰੀਆ ਵੀ ਆਖਦੇ ਹਨ ਉਹ ਵੀ ਜੀਵਾਣੂ ਹਨ ਜੋ ਨਾਈਟ੍ਰੋਜਨ ਦੇ ਸਥਿਰੀਕਰਨ ਦੇ ਵਿੱਚ ਵਰਤੇ ਜਾਂਦੇ ਹਨ ਹੁਣ ਨਾਈਟ੍ਰੋਜਨ ਦੇ ਸਥਿਰੀਕਰਨ ਦਾ ਬੇਟੇ ਇੱਕ ਹੋਰ ਤਰੀਕਾ ਹੋ ਸਕਦਾ ਹੈ ਇੱਕ ਤੇ ਹੋ ਗਿਆ ਕਿ ਜੀਵਾਣੂ ਪੌਦੇ ਦੀਆਂ ਜੜ ਗੰਢਾਂ ਵਿੱਚ ਮੌਜੂਦ ਹੁੰਦੇ ਹਨ ਉਹ ਸਥਿਰ ਕਰ ਦਿੰਦੇ ਹਨ ਦੂਸਰਾ ਕੀ ਤਰੀਕਾ ਹੈ दूसरा तरीका यह है कि कभी कभी जो आकाशीय बिजली चमकती है आकाशीय बिजली जब चमकती है तो उसके चमकण के नाल भी नाइट्रोजन का स्थिरीकरण हो जाता है किसके नाल हो जाता है पौधों के सॉरी बिजली के चमकण के कारण आकाशीय बिजली के चमकण के कारण यह स्थिरीकरण भी हो जाता है बेटे तुसी जानते बड़े हैरान होंगे कि स्थिरीकरण कौन करता है राइजोबियम या आकाशीय बिजली पर फिर भी नाइट्रोजन की मात्रा घट नहीं हुंदी कित्थों घट नहीं हुंदी वायुमंडल दे विचों विद्यार्थियों नाइट्रोजन की मात्रा घट नहीं हुंदी जो जिन्नी है उन्नी ही रहती है हुण तुसी बड़े हैरान होवोगे और पूछोगे कि सर ये मात्रा उन्नी ही क्यों रहती है घटती क्यों नहीं है जिसनू पढ़न दे लई असी इसका अगला सेक्शन पढ़ांगे वो है नाइट्रोजन चक्कर सारे विद्यार्थियों पिछले भाग दे विच असी नाइट्रोजन स्थिरीकरण के बारे पढ़िया हुण असी नाइट्रोजन चक्कर बारे पढ़ांगे हुणे तुहानू मैं दस्सिया सीगा कि नाइट्रोजन जिहड़ी वायुमंडल विच मौजूद हैगी है वो हमेशा उसकी मात्रा फिक्स रहती है स्थिर रहती है हाँ कितनी वायुमंडल दे विच कितनी हुंदी नाइट्रोजन बेटे पता होना तुहानू पढ़िया
ਜਮਾਤ ਵਿੱਚ ਵੀ ਪੜਿਆ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਵਾਯੂਮੰਡਲ ਜਿਹੜੀ ਹੈ ਉਸ ਦੇ ਵਿੱਚ 78%, ਠੀਕ ਹੈ, 78% ਨਾਈਟ੍ਰੋਜਨ ਗੈਸ ਮੌਜੂਦ ਹੁੰਦੀ ਹੈ। ਨਾਈਟ੍ਰੋਜਨ ਗੈਸ ਵਾਯੂਮੰਡਲ ਦੇ ਵਿੱਚ 78% ਮੌਜੂਦ ਹੁੰਦੀ ਹੈ। ਸਾਰੇ ਸਜੀਵਾਂ ਦੇ ਅੰਦਰ, ਸਾਰੇ ਸਜੀਵ मतलब जो भी जिंदा है, सारे सजीवां दे अंदर किसी ना किसी रूप दे विच की हुंदा है, नाइट्रोजनी यौगिक हुंदा है। ठीक है, की हुंदे हैं नाइट्रोजनी यौगिक। किहड़े किहड़े यौगिक हुंदे, किहड़े नाइट्रोजनी यौगिक? किसी नूं पता नाइट्रोजनी यौगिक किहड़े हुंदे हैं? जिवें प्रोटीन्स, सबने नाम सुनिया ना, 6वीं च भी पढ़िया, 7वीं विच भी पढ़िया, 7वीं मार्च पढ़े ना भोजन दे मुख्य अंश। हाँ जी, उस विच असि की पढ़िया सीगा? प्रोटीन पढ़े सीगे। इवें ही क्लोरोफिल का नाम सुनिया होगा। क्लोरोफिल किहदे विच हुंदा? पौधों विच मौजूद हुंदा। पौधों विच जिहड़ा हरा वर्णक मौजूद है, हरा वर्णक मौजूद है पौधों विच, उसका नाम क्लोरोफिल है। इवें ही तुसी न्यूक्लिक एसिड सुने होंगे। न्यूक्लिक एसिड, जो न्यूक्लिक तेजाब कह सकते हो, वो सुने होंगे। डीएनए या आरएनए बारे सुनिया होगा। इहड़ा विच भी की मौजूद हुंदा है? नाइट्रोजन मौजूद होती है। इस दे इलावा विटामिन सुने होंगे। सुने ना विटामिन? 6वीं जमात च ਆਪਾਂ पढ़े सीगे विटामिन और ਉਹਨਾਂ ਦੇ ਦੁਆਰਾ त्रुटि रोग, ਇਹ सब पढ़िया सीगा। ਇਹ ਸਾਰੇ नाइट्रोजनी यौगिक ਹਨ। ਸਾਰੇ ਸਜੀਵਾਂ ਦੇ ਅੰਦਰ प्रोटीन, क्लोरोफिल, न्यूक्लिक तेजाब, विटामिन आदि मौजूद ਹੁੰਦੇ ਹਨ, ਜਿਸ ਦੇ ਵਿੱਚ ਕੀ ਹੈ? नाइट्रोजन मौजूद है। जिस ਦੇ ਵਿੱਚ ਕੀ है? नाइट्रोजन मौजूद है। ਹੁਣ ਇਹ ਜਿਹੜੀ 78% ਨਾਈਟ੍ਰੋਜਨ ਵਾਯੂਮੰਡਲ ਦੇ ਵਿੱਚ ਮੌਜੂਦ ਹੈ, ਪੌਦੇ ਇਸ ਨੂੰ ਕੀ ਨਹੀਂ ਕਰ ਸਕਦੇ? ਸਿੱਧੇ ਤੌਰ ਤੇ ਨਹੀਂ ਲੈ ਸਕਦੇ। ਹੁਣੇ ਪੜਿਆ ਸੀ ਪਿੱਛੇ, ਪੜਿਆ ਕਿ ਨਹੀਂ ਪੜਿਆ? ਕਿਹੜਾ ਟੌਪਿਕ ਪੜਿਆ? ਨਾਈਟ੍ਰੋਜਨ ਸਥਿਰੀਕਰਨ। ਪੌਦੇ ਇਸ ਨੂੰ ਸਿੱਧੇ ਤੌਰ ਤੇ ਨਹੀਂ ਲੈ ਸਕਦੇ। इससे करके ही पौधे की करते हैं? पौधों में मौजूद, पौधों दियां जड़ा गंढां विच मौजूद की कर दिंदे हैं? कौन मौजूद होंदे बेटे? उन्हें पढ़िया, असी पढ़िया जीवाणु जां नीली हरी इकाई। जीवाणु जिवें साइनोबैक्टीरिया, राइजोबियम का नाम भी पढ़िया, बैक्टीरिया, एजोटोबैक्टीरिया का नाम भी पढ़िया असी पिछले वीडियो विच। ਉਹ ਇਸ ਨੂੰ ਕੀ ਕਰ ਦਿੰਦੇ ਹਨ? ਸਥਿਰ ਕਰ ਦਿੰਦੇ ਹਨ ਤੇ ਨਾਈਟ੍ਰੋਜਨੀ ਯੌਗਿਕਾਂ ਵਿੱਚ ਬਦਲ ਦਿੰਦੇ, ਮਿੱਟੀ ਦੇ ਵਿੱਚ ਰਹਿੰਦੇ। ਔਰ ਜਿਹੜੇ ਯੌਗਿਕਾਂ ਨੂੰ ਫਿਰ ਕੀ ਕੀਤਾ ਜਾ ਸਕਦਾ ਹੈ? ਪੌਦੇ ਆਪਣੀ ਜੜ੍ਹਾਂ ਦੁਆਰਾ ਸੋਖ ਸਕਦੇ ਹਨ। ਹੁਣ ਸਥਿਰੀਕਰਨ ਤੋਂ ਬਾਅਦ ਪੌਦੇ ਕੀ ਕਰ ਦਿੰਦੇ ਇਸ ਨੂੰ? ਪੌਦੇ ਆਪਣੀ ਜੜ੍ਹਾਂ ਦੁਆਰਾ ਸੋਖਦੇ ਹਨ। ਜੜ੍ਹਾਂ ਦੁਆਰਾ ਸੋਖਦੇ ਹਨ। ਕਿਸ ਨੂੰ ਸੋਖਦੇ ਹਨ? जो नाइट्रोजन स्थिर की गई है। किना वालों की गई है? जाता जीवाणुओं वालों जा इसनू नीली हरी इकाई, नीली हरी इकाई स्थिर करती है ते पौधे उसनू की करते हैं? वरतते हैं, सोखते हैं। ठीक है, पौधे इसनू किस लिए वरतते हैं? जिवें प्रोटीन बनाउण विच वरतते हैं। पौधों के अंदर ही न्यूक्लिक तेजाबां दी भी पैदा होंदे हैं। पौधे की कुछ जड़ी है उन्हां विच ही विटामिन भी होंदे हैं, इह इन्हां नूं पैदा करते हैं विद्यार्थियों। ते फिर पौधों नूं कौन खांदा है? पौधों नूं खांदे हैं जीव जंतु। मनुख भी तो उसके विच ही आंदा है। मनुख भी करता है
ਉਹ ਪੌਦਿਆਂ ਨੂੰ ਖਾ ਲੈਂਦਾ। ਪੌਦੇ ਜਿਹੜਾ ਭੋਜਨ ਬਣਾਉਂਦੇ ਹੈ ਜਿਸ ਦੇ ਵਿੱਚ ਕੀ ਆ ਗਏ नाइट्रोजन वाले यौगिक आ गए, प्रोटीन्स, विटामिन, न्यूक्लिक तेजाब आ गए, उन्होंने किने खा लिया जीव जंतुओं ने। फिर जीव जंतु मनुख वगैरह खा लिया सारे। और ये भी तो फिर की करते हैं लास्ट विच की करते हैं, ये भी अपना जीवन समाप्त कर जाते हैं तो मर जाते हैं। तो मर के फिर तो अपनी नाइट्रोजन किथे छड़ देते हैं वायुमंडल दे विच। फिर तो वायुमंडल दे विच नाइट्रोजन जिहड़ी है वो अपनी छड़ देते हैं। ठीक है, उन्हां दा वायुमंडल दे विच नाइट्रोजन जिहड़ी आ गई, नाइट्रोजन दी यौगिक आ गए, उन्हां दा फिर तो की होंदा अपघटन हो जाता है, उन्हां दा अपघटन हो जाता है। और अपघटन हो के फिर तो वो किथे मिल जाते हैं मिट्टी विच मिल जाते हैं। फिर तो विद्यार्थियों वो किथे आ जाते हैं मिट्टी विच मिल जाते हैं। नाइट्रोजन की यौगिका विच बदल के फिर तो मिट्टी विच बदल जाते हैं, जिसनु फिर तो की किया जा सकता है पौधे सोख सकते हैं। और पौधे जड़े हैं सोख सकते हैं, कुछ और जीवाणु सोख सकते हैं। तो ऐसे तरह ही फिर तो किथे चल जाती है वायुमंडल दे विच चल जाती है। इस तरह वायुमंडल दे विच मौजूद नाइट्रोजन की मात्रा हमेशा विद्यार्थियों स्थिर रहती है। जिवें विद्यार्थियों से पढ़ रहे थे कि वायुमंडल दे विच मौजूद नाइट्रोजन होती है, इसका पूरा तुहानू मैं चक्कर समझाना। इस नाइट्रोजन का चक्कर की है। नाइट्रोजन किथे मौजूद होती है वायुमंडल दे विच, जिसनू मैं हुणे तुहानू दस्सिया कौन नीली हरिकाई जा जीवाणु। नीली हरिकाई जा जीवाणु की करते हैं स्थिर कर देते हैं। और स्थिर करके किस रूप में बदल देते हैं मिट्टी विच कुछ यौगिका के रूप में बदल देते हैं, जिवें अमोनिया, अमोनियम कार्बोनेट, इन्हां यौगिका के रूप में बदल देते हैं। और यौगिक किथे आ जाते हैं मिट्टी विच आ जाते हैं। एक होर तरीका बेटे मैं तुहानू दस्सिया सीगा नाइट्रोजन स्थिर करन दा, किहड़ा सीगा बिजली दे चमकण दे नाल। बिजली दे चमकण दे नाल भी नाइट्रोजन स्थिरीकरण हो जाता है। और वो नाइट्रोजन जिहड़ी स्थिर हुंदी है वो भी किथे आ जाती है मिट्टी विच आ जाती है। किस तरह मिट्टी दे यौगिका दे रूप विच आ जाती है। हुण ये जिहड़ी नाइट्रोजन मिट्टी दे यौगिका दे मिट्टी दे विच यौगिका दे रूप विच मौजूद है, तुहानू दस्सिया गया कि वो कौन ले लेंदे हन पौधे ले लेंदे हन। इन्हां जड़ां द्वारा पौधे वो सोख लेंदे हन। और बाद विच उन्हां नूं किस च बदल दिंदे हन कुछ नाइट्रोजन दी यौगिका विच अपने शरीर विच रखदे, जिवें प्रोटीन, विटामिन, न्यूक्लिक तेजाब आदि। इन्हां पौधिਆਂ ਨੂੰ कौन ग्रहण करता है? पौधिਆਂ ਨੂੰ कौन खा लेंदा फर्दर? जंतु, जीव जंतु मनुख वगैरह खा लेते हैं। और वो पौधे नूं जदों खा के जंतु मल मूत्र पैदा करता है, जां जंतु जदों मर जाता है उसके द्वारा पदार्थ जो फालतू पदार्थ उसके मरण तो बाद बच जाते हैं वो नाइट्रोजन युक्त होते हैं। और वो हौली हौली कितने मिल जाते हैं फिर तो मिट्टी विच मिल जाते हैं। नाइट्रोजन युक्त पदार्थ फिर तो मिट्टी विच आ गए। पर हजे तक अद्धा भाग ही होया। हुण ये मिट्टी विच जिहड़े यौगिक हन इन्हां नूं मुक्त करने वाले भी यौगिक हुंदे हन। मिट्टी विच मौजूद जिन्ने भी नाइट्रोजन दे यौगिक हुंदे हैं उन्हां नूं मुक्त करने वास्ते भी कुछ जीवाणु हुंदे हन। और वो जीवाणु इस नूं मुक्त करके फिर तो किथे भेज देते हैं वायुमंडल दे विच भेज देते हैं। विद्यार्थियों तुसीं देख सकते हो वायुमंडल तो पहले स्थिर होकर किथे आए दो रस्ते के थ्रू मिट्टी विच। मिट्टी तो पौधे ने ले लिया, पौधे तो किथों चल गए जंतुओं को। जंतु जो मर गए जो उनका मल मूत्र किस च मिलिया मिट्टी विच। और मिट्टी विचों फिर तो मुक्त होके किथे चल जाते हैं वायुमंडल दे विच चल जाते हैं। इस तरह तुसी देख सकते हो नाइट्रोजन एक चक्कर
ਆਉਂਦੀ ਹੈ, ਜਿਹਦੇ ਕਰਕੇ ਪੂਰਾ ਦਾ ਪੂਰਾ ਨਾਈਟ੍ਰੋਜਨ ਦਾ ਜਿਹੜੀ ਮਾਤਰਾ ਹੈ ਵਾਯੂਮੰਡਲ ਦੇ ਵਿੱਚ ਉਹ ਹਮੇਸ਼ਾ ਸਥਿਰ ਰਹਿੰਦੀ ਹੈ, ਉਹ ਬਦਲਦੀ ਨਹੀਂ ਹੈ। ਥੋੜਾ ਬਹੁਤ ਬਦਲਾਅ ਮੇ ਵੀ ਹੋ ਸਕਦਾ ਹੈ, ਪਰ ਜ਼ਿਆਦਾ ਬਦਲਾਅ ਨਹੀਂ ਹੁੰਦਾ। ਤੁਸੀਂ ਦੇਖਦੇ ਹੋ ਨਾਈਟ੍ਰੋਜਨ ਚੱਕਰ ਦੇ ਵਿੱਚ ਵਾਯੂਮੰਡਲੀ ਨਾਈਟ੍ਰੋਜਨ ਪਹਿਲੇ ਯੌਗਿਕਾਂ ਦੇ ਰੂਪ ਵਿੱਚ ਜਾਂਦੀ ਮਿੱਟੀ ਚੋਂ ਫਿਰ ਮੁਕਤ ਹੋ ਕੇ ਕਿੱਥੇ ਆ ਜਾਂਦੀ ਹੈ, ਵਾਯੂਮੰਡਲ ਦੇ ਵਿੱਚ ਆ ਜਾਂਦੀ ਹੈ। ਇਸ ਤਰ੍ਹਾਂ ਵਾਯੂਮੰਡਲ ਦੇ ਵਿੱਚ ਨਾਈਟ੍ਰੋਜਨ ਦਾ ਜਿਹੜਾ ਚੱਕਰ ਹੈ ਉਹ ਚੱਲਦਾ ਰਹਿੰਦਾ ਹੈ ਔਰ ਨਾਈਟ੍ਰੋਜਨ ਦੀ ਮਾਤਰਾ ਸਥਿਰ ਰਹਿੰਦੀ ਹੈ। ਇਸ ਦੇ ਵਿੱਚ ਗੋਲ ਘੁੰਮ ਰਿਹਾ ਹੈ, ਇਸ ਕਰਕੇ ਆਪਾਂ ਇਸ ਨੂੰ ਚੱਕਰ ਕਹਿ ਦਿੱਤਾ, ਨਾਈਟ੍ਰੋਜਨ ਦਾ ਚੱਕਰ। ਪਿਆਰੇ ਵਿਦਿਆਰਥੀਓ, ਹੁਣ ਅਸੀਂ ਪਹੁੰਚ ਚੁੱਕੇ ਹਾਂ ਆਪਣੇ ਪਾਠ ਦੇ ਅੰਤ ਤੱਕ, ਤੇ ਚਲੋ ਇੱਕ ਪੂਰੇ ਲੈਕਚਰ ਤੇ ਝਾਤ ਮਾਰੀਏ ਜਾਂ ਦੁਹਰਾਈ ਕਰੀਏ ਕਿ ਅਸੀਂ ਕੀ ਸਿੱਖ ਲਿਆ। ਇਸ ਲੈਕਚਰ ਦੌਰਾਨ ਸਿੱਖਿਆ ਅਸੀਂ ਕੁਝ ਮਹਾਨ ਸ਼ਖਸੀਅਤਾਂ ਦੇ ਬਾਰੇ, ਕੁਝ ਮਹਾਨ ਵਿਗਿਆਨੀਆਂ ਦੇ ਬਾਰੇ, ਜਿਨ੍ਹਾਂ ਨੇ ਸੂਖਮ ਜੀਵਾਂ ਬਾਰੇ ਅਧਿਐਨ ਕੀਤਾ ਤੇ ਮਾਨਵਤਾ ਨੂੰ ਦੇਣ ਦਿੱਤੀ। ਸਭ ਤੋਂ ਪਹਿਲੇ ਆਉਂਦੇ ਨੇ ਲੂਇਸ ਪਾਸਚਰ। ਲੂਇਸ ਪਾਸਚਰ ਨੇ ਕਿਹਦੀ ਖੋਜ ਕੀਤੀ ਸੀ? ਬਿਲਕੁਲ ਖਮੀਰਨ ਦੀ। ਤੇ ਖਮੀਰਨ ਦਾ ਕੰਮ ਕੀ ਹੈ? ਬੇਕਰੀ ਪ੍ਰੋਡਕਟ ਬਣਾਉਣ ਦੇ ਵਿੱਚ ਮਦਦ ਕਰਦੇ ਨੇ, ਐਲਕੋਹਲ ਬਣਾਉਣ ਦੇ ਵਿੱਚ ਮਦਦ ਕਰਦੇ ਨੇ, ਐਸੀਟਿਕ ਐਸਿਡ ਜਾਂ ਸਿਰਕਾ ਬਣਾਉਣ ਦੇ ਵਿੱਚ ਮਦਦ ਕਰਦੇ ਨੇ। ਕਦੀ ਪੈਕਟਾਂ ਦੇ ਵਿੱਚ ਦੁੱਧ ਵੇਖਿਆ ਨਾ ਤੁਸੀਂ? ਉਸ ਦੁੱਧ ਨੂੰ ਕੀ ਕਹਿੰਦੇ ਹੋ? ਪਾਸ਼ੀਕ੍ਰਿਤ ਦੁੱਧ। ਬਿਲਕੁਲ ਠੀਕ, ਪਾਸ਼ੀਕ੍ਰਿਤ ਦੁੱਧ ਕਿਹਾ ਜਾਂਦਾ ਹੈ ਉਸ ਨੂੰ। ਤਾਂ ਪਾਸ਼ੀਕਰਨ ਦੀ ਖੋਜ ਕਿਹਨੇ ਕੀਤੀ ਸੀ? ਲੂਇਸ ਪਾਸਚਰ ਨੇ। ਬਿਲਕੁਲ ਠੀਕ ਹੈ, ਲੂਇਸ ਪਾਸਚਰ ਹੀ ਬਹੁਤ ਮਹਾਨ ਵਿਗਿਆਨੀ ਸਨ, ਜਿਨ੍ਹਾਂ ਨੇ ਸਾਡਾ ਜੀਵਨ ਬੜਾ ਸੌਖਾ ਬਣਾਤਾ। ਅਲੈਗਜ਼ੈਂਡਰ ਫਲੇਮਿੰਗ ਨੂੰ ਅਸੀਂ ਕਿਵੇਂ ਭੁੱਲ ਸਕਦੇ ਹਾਂ? ਪੈਨਸਿਲਿਨ ਦੀ ਖੋਜ ਕੀਤੀ ਤੇ ਕਈਆਂ ਜਾਨਾਂ ਨੂੰ ਮੌਤ ਦੇ ਮੂੰਹ ਦੇ ਵਿੱਚ ਜਾਣ ਤੋਂ ਬਚਾਇਆ। ਚਿਕਿਤਸਾ ਜਗਤ ਨੂੰ ਇੱਕ ਮਹਾਨ ਦੇਣ। ਫਿਰ ਚੇਚਕ ਦੇ ਧੱਬੇ, ਕਈਆਂ ਇਨਸਾਨਾਂ ਦੀ ਮੌਤ ਹੋਣੀ, ਤੇ ਅੱਜ ਵਿਸ਼ਵ ਚੇਚਕ ਮੁਕਤ ਹੈ। ਕਿਹਨਾਂ ਦੇ ਸਦਕਾ? ਐਡਵਰਡ ਜੀਨਰ ਦੇ ਸਦਕਾ। ਉਹਨਾਂ ਨੇ ਚੇਚਕ ਦਾ ਟੀਕਾ ਬਣਾਇਆ। ਇਸੇ ਲੈਕਚਰ ਦੌਰਾਨ ਅਸੀਂ ਸਿੱਖਿਆ ਨਾਈਟ੍ਰੋਜਨ ਸਥਿਰੀਕਰਨ ਦੇ ਬਾਰੇ। ਕਿਹੜਾ ਜੀਵਾਣੂ ਸੀਗਾ ਉੱਥੇ? ਰਾਈਜੋਬੀਅਮ। ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ, ਰਾਈਜੋਬੀਅਮ। ਜਿਨ੍ਹਾਂ ਵਿਦਿਆਰਥੀਆਂ ਨੂੰ ਯਾਦ ਨਹੀਂ ਹੈ ਉਹ ਧਿਆਨ ਨਾਲ ਸੁਣ ਲੈਣ। ਅਸੀਂ ਵੇਖਿਆ ਕਿ ਕਿਵੇਂ ਭੂਮੀ ਦੇ ਵਿੱਚ ਨਾਈਟ੍ਰੋਜਨ ਸਥਿਰ ਕੀਤੀ ਜਾਂਦੀ ਹੈ, ਉਪਜਾਊ ਸ਼ਕਤੀ ਵੱਧਦੀ ਹੈ। ਫਿਰ ਅਸੀਂ ਗੱਲ ਕੀਤੀ ਨਾਈਟ੍ਰੋਜਨ ਚੱਕਰ ਦੇ ਬਾਰੇ। ਅਸੀਂ ਵੇਖਿਆ ਕਿ ਕਿਵੇਂ ਨਾਈਟ੍ਰੋਜਨ ਪੈਦਾ ਹੁੰਦੀ ਹੈ, ਕਿਵੇਂ ਖਪਤ ਹੁੰਦੀ ਹੈ, ਮੁੜ ਕੇ ਫਿਰ ਕਿਵੇਂ ਪੈਦਾ ਹੁੰਦੀ ਹੈ, ਅਤੇ ਕਿਵੇਂ ਵਾਤਾਵਰਣ ਦੇ ਵਿੱਚ ਇਹ ਇੱਕੋ ਮਾਤਰਾ ਦੇ ਵਿੱਚ ਬਣੀ ਰਹਿੰਦੀ ਹੈ। ਅਸੀਂ ਇਹ ਵੀ ਸਿੱਖਿਆ ਕਿ ਵਾਤਾਵਰਣ ਦੇ ਵਿੱਚ ਨਾਈਟ੍ਰੋਜਨ ਦੀ ਮਾਤਰਾ ਤੁਸੀਂ ਦੱਸੋ ਭਲਾ ਕਿੰਨੀ ਹੁੰਦੀ ਹੈ? ਬਿਲਕੁਲ 78% ਨਾਈਟ੍ਰੋਜਨ ਦੀ ਮਾਤਰਾ ਹੁੰਦੀ ਹੈ। ਸੋ ਸਾਨੂੰ ਪਤਾ ਲੱਗਿਆ ਕਿ ਵਾਤਾਵਰਣ ਦੇ ਵਿੱਚ ਨਾਈਟ੍ਰੋਜਨ ਦਾ ਚੱਕਰ ਕਿਵੇਂ ਪੂਰਾ ਹੁੰਦਾ ਹੈ। ਇਸੇ ਲਈ ਇਸ ਨੂੰ ਆਪਾਂ ਕੀ ਕਹਿ ਦਿੰਦੇ ਹਾਂ? ਇੱਕ ਸਾਈਕਲ। ਵਿਦਿਆਰਥੀਓ, ਇਹ ਤਾਂ ਸੀ ਅੱਜ ਦਾ ਲੈਕਚਰ, ਤੇ ਹੁਣ ਵਾਰੀ ਹੈ ਕੁਝ ਮਹੱਤਵਪੂਰਨ ਪ੍ਰਸ਼ਨਾਂ ਦੀ, ਜਿਨ੍ਹਾਂ ਦੇ ਉੱਤਰ ਤੁਸੀਂ ਆਪਣੀ ਨੋਟਬੁੱਕ ਵਿੱਚ ਲਿਖਣੇ ਹਨ, ਫਿਰ ਆਪਣੇ ਅਧਿਆਪਕ ਸਾਹਿਬਾਨ ਕੋਲੋਂ ਚੈੱਕ ਕਰਵਾਉਣੇ ਹਨ। ਇਸ ਨਾਲ ਤੁਹਾਨੂੰ ਆਪਣੀ ਕਾਰਗੁਜ਼ਾਰੀ ਦਾ ਵੀ ਪਤਾ ਲੱਗ ਜਾਵੇਗਾ। ਮੇਰਾ ਪਹਿਲਾ ਪ੍ਰਸ਼ਨ ਹੈ ਕਿ ਪੈਨਸਿਲਿਨ ਦੀ ਖੋਜ ਕਿਹੜੇ ਮਹਾਨ ਵਿਗਿਆਨਿਕ ਨੇ ਕੀਤੀ ਅਤੇ ਕਿਹੜੇ ਸੰਨ ਦੇ ਵਿੱਚ? ਪੈਨਸਿਲਿਨ ਦੀ ਖੋਜ ਕਿਹੜੇ ਮਹਾਨ ਵਿਗਿਆਨਿਕ ਨੇ ਕੀਤੀ ਅਤੇ ਕਿਹੜੇ ਸੰਨ ਦੇ ਵਿੱਚ? ਮੇਰਾ ਦੂਸਰਾ ਪ੍ਰਸ਼ਨ ਹੈ, ਲੂਇਸ ਪਾਸਚਰ ਨੇ ਸੰਨ 1857 ਦੇ ਵਿੱਚ ਕਿਹੜੀ ਖੋਜ ਕੀਤੀ ਸੀ? ਲੂਇਸ ਪਾਸਚਰ ਨੇ ਸੰਨ 1857 ਦੇ ਵਿੱਚ ਕਿਹੜੀ ਖੋਜ ਕੀਤੀ ਸੀ? ਅੱਜ ਦਾ ਤੀਸਰਾ ਪ੍ਰਸ਼ਨ, ਚੇਚਕ ਦੇ ਟੀਕਾ ਕਿਸ ਨੇ ਬਣਾਇਆ ਸੀ? ਚੇਚਕ ਦੇ ਟੀਕੇ ਦੀ ਖੋਜ ਕਿਹੜੇ ਵਿਗਿਆਨਿਕ ਨੇ ਕੀਤੀ?
ਅੱਜ ਦਾ ਚੌਥਾ ਪ੍ਰਸ਼ਨ। ਵਿਦਿਆਰਥੀਓ, ਨਾਈਟ੍ਰੋਜਨ ਸਥਿਰੀਕਰਨ ਕੀ ਹੁੰਦਾ ਹੈ? ਨਾਈਟ੍ਰੋਜਨ ਸਥਿਰੀਕਰਨ ਕੀ ਹੁੰਦਾ ਹੈ? ਅੱਜ ਦਾ ਅਗਲਾ ਪ੍ਰਸ਼ਨ। ਨਾਈਟ੍ਰੋਜਨ ਸਥਿਰੀਕਰਨ ਨੂੰ ਅੰਗਰੇਜ਼ੀ ਵਿੱਚ ਕੀ ਕਹਿੰਦੇ ਹਨ? ਨਾਈਟ੍ਰੋਜਨ ਸਥਿਰੀਕਰਨ ਨੂੰ ਅੰਗਰੇਜ਼ੀ ਦੇ ਵਿੱਚ ਕੀ ਕਹਿੰਦੇ ਹਨ? ਤੇ ਅੱਜ ਦਾ ਅੰਤਿਮ ਪ੍ਰਸ਼ਨ ਹੈ। ਪਿਆਰੇ ਵਿਦਿਆਰਥੀਓ, ਅੱਜ ਦਾ ਅੰਤਿਮ ਪ੍ਰਸ਼ਨ ਕੀ ਹੈ? ਨਾਈਟ੍ਰੋਜਨ ਸਾਈਕਲ ਜਾਂ ਨਾਈਟ੍ਰੋਜਨ ਚੱਕਰ ਕੀ ਹੁੰਦਾ ਹੈ? ਨਾਈਟ੍ਰੋਜਨ ਸਾਈਕਲ ਜਾਂ ਨਾਈਟ੍ਰੋਜਨ ਚੱਕਰ ਕੀ ਹੁੰਦਾ ਹੈ? ਚਲੋ ਇੱਕ ਪ੍ਰਸ਼ਨ ਹੋਰ ਪੁੱਛ ਲੈਂਦਾ ਹਾਂ। ਵਾਤਾਵਰਣ ਦੇ ਵਿੱਚ ਨਾਈਟ੍ਰੋਜਨ ਕਿੰਨੇ ਪ੍ਰਤੀਸ਼ਤ ਮੌਜੂਦ ਹੈ? ਵਾਤਾਵਰਣ ਦੇ ਵਿੱਚ ਨਾਈਟ੍ਰੋਜਨ ਕਿੰਨੇ ਪ੍ਰਤੀਸ਼ਤ ਮੌਜੂਦ ਹੈ? ਆਸ ਹੈ ਕਿ ਤੁਸੀਂ ਇਹ ਸਾਰੇ ਪ੍ਰਸ਼ਨ ਲਿਖ ਲਏ ਹੋਗੇ। ਮੈਂ ਮੁੜ ਕੇ ਕਹਿ ਰਿਹਾ ਹਾਂ ਕਿ ਇਹਨਾਂ ਦੇ ਉੱਤਰ ਆਪਣੀ ਨੋਟਬੁੱਕ ਤੇ ਲਿਖਣੇ ਹਨ ਅਤੇ ਅਧਿਆਪਕ ਸਾਹਿਬਾਨ ਕੋਲੋਂ ਚੈੱਕ ਜ਼ਰੂਰ ਕਰਵਾਉਣੇ ਹਨ। ਪਿਆਰੇ ਵਿਦਿਆਰਥੀਓ, ਮੈਨੂੰ ਪੂਰੀ ਆਸ ਹੈ ਕਿ ਇਸ ਲੈਕਚਰ ਨੂੰ ਤੁਸੀਂ ਧਿਆਨ ਨਾਲ ਸੁਣਿਆ ਹੋਵੇਗਾ ਅਤੇ ਜੋ ਵੀ ਕੁਝ ਵੀ ਸਿਖਾਇਆ ਗਿਆ ਹੈ ਉਸ ਨੂੰ ਆਪਣੀ ਨੋਟਬੁੱਕ ਦੇ ਵਿੱਚ ਨੋਟ ਵੀ ਜ਼ਰੂਰ ਕੀਤਾ ਹੋਵੇਗਾ। ਧੰਨਵਾਦ।